राजा जी को प्रधान बना के अज तुहाडे शेरपुर ब्लॉक का दफ्तर का उद्घाटन करने पहुंचे ने। जिवें अगे कहा सी ना चीरे वाले वाली फतेह बुलानी भाई उवें बुलानी बोले अमरिंदर सिंह राजा वड़िंग सरदार बलवीर सिंह गोल्डी कांग्रेस पार्टी सारे बेनती जिथे जिथे जगह मिलती बह जाओ भाई। राजा जी का सम्मान किया जाऊगा। मैं सारे कहांगा कि सारे आउण शेरपुर ब्लॉक वाले एमएलए साहब केडी साहब वो भी आ जाए। सारे जाने आ जाओ जन्ने जाने सिंगला जी बिट्टू जी परगट जी जसमेल जी सारी टीम आवे। सारे जाने आओ जगह ही है नहीं बनी जी सारे जाने सारी टीम जी इतों ही आ बलदेव जी हेलो कुर्सी वाली जगह कुर्सी हटा दी इधर पीछे 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 सत श्री अकाल जी। माड़े जी यार पीछे कैमरे वाले यार तू जगह ही है नहीं तो फिर मेरे मोढ़े ते गल हां फिर एनु आना इत्थे आ जा 2-3 घंटे इधर गर्मी है एक मसा सद के भाई यार चालने जेडे खड़े आ साइडां पे हो थोड़ा जा पीछे हो जा वीरे आ जा पीछे अकरजन साहब आप लीडर साहबान बैठे आगे बहुत इन्हों को डर लगता है सब और कुर्सी दे आ जा कुर्सी बहुत ही सत्कारयोग हल्का महल कला में मेरे बुजुर्गों नौजवान वीरों सब तो पहला थानू फतेह अर्ज करदा वाहिगुरू जी का खालसा श्री वाहिगुरू जी की फतेह। साडे दरमियान बहुत ही सत्कारयोग गुरदासपुर नाल ताल्लुकात रखने वाले साडे वड्डे भरा और पंजाब के साबका उप मुख्यमंत्री सरदार सुखजिंदर सिंह जी रंधावा साहिब बहुत ही सत्कारयोग साडे एमएलए रहे अजनाला साहिब हर प्रताप जी अजनाला साहिब बहुत ही सत्कारयोग एमएलए रहे साडे हरमंदर सिंह जी गिल साहिब बहुत ही सत्कारयोग साडा छोटा भरा एमएलए साबका कुलबीर सिंह जी जीरा साहिब बहुत ही सत्कारयोग साडे घुमाया साहिब एमएलए फाजिलका रहे बहुत ही सत्कारयोग जनरल सैकटरी साडे कांग्रेस पार्टी ने संदीप संधू साहिब गिल साहिब लाली जी हरी होर कई मुलापुरी साहब लक्की जी साडे जिला कांग्रेस कमेटी के प्रधान ते माफी चाहना यार फिर नावां च लम्मा पड़ जाऊंगा तो ना ही ले जाऊंगा। सब तो पहला मैं बेनती करांगा तुहानू सारिआं नूं कि आओ आपकी आपकी जगह पे खड़े होके अज मेरे उस भरा का जन्मदिन है जिहड़ा मेरा भरा चला गया पंजाब की आन और शान नूं श्रद्धांजलि दईए। सिद्धू मूसेवाला साहब की याद दे विच 2 मिनट का आपां मौन धारण करें।
ਧੰਨਵਾਦ। ਅੱਜ ਉਸ ਮੇਰੇ ਭਰਾ ਦੀ ਯਾਦ ਦੇ ਵਿੱਚ ਕੋਸ਼ਿਸ਼ ਕਰਿਓ ਦੇਸ਼ਾਂ ਦੇ ਵਿੱਚ ਜਿੱਥੇ ਪੰਜਾਬੀ ਨੂੰ ਕੋਈ ਜਾਣਦਾ ਨਹੀਂ, ਪਹਿਚਾਣਦਾ ਨਹੀਂ, ਗੋਰਿਆਂ ਤੇ ਕਾਲਿਆਂ ਦੇ ਵਿੱਚ ਆਪਦੀ ਜਗ੍ਹਾ ਬਣਾ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ। ਬੜਾ ਅਫਸੋਸ ਹੈ, ਲੇਕਿਨ ਕੀਤਾ ਕੁਝ ਨਹੀਂ ਜਾ ਸਕਦਾ। ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗੇ ਕਿ ਕਾਤਲ ਜਲਦੀ ਫੜੇ ਜਾਣ ਤੇ ਇਹ ਵੀ ਅਰਦਾਸ ਕਰਾਂਗੇ ਕਿ ਇਹੋ ਜਿਹੀਆਂ ਦੁਰਘਟਨਾਵਾਂ ਪੰਜਾਬ ਦੇ ਵਿੱਚ ਬੰਦ ਹੋ ਜਾਣ। ਪਤਾ ਨਹੀਂ ਕਿਉਂ ਆਦਮੀ ਆਦਮੀ ਦਾ ਦੁਸ਼ਮਣ ਬਣਿਆ ਹੋਇਆ। ਸੱਚੇ ਪਾਤਸ਼ਾਹ ਕਿਰਪਾ ਕਰੇ। ਅੱਜ ਮੈਂ ਤੁਹਾਨੂੰ ਨਾਲ ਹੀ ਨਾਲ ਵਧਾਈ ਵੀ ਦੇਣੀ ਚਾਹੁੰਦਾ, ਪਰ ਵਧਾਈ ਇਸ ਸਭ ਤੋਂ ਜਿਹੜਾ ਪਿਆਰਾ ਸਾਥੀ ਹੈ ਸਾਡਾ, ਇਹ ਸਭ ਦਾ ਦੇਣਾ ਹੈ ਇੰਦਰ ਕੁਲਵੀਰ ਸਿੰਘ ਜੀ ਦਾ। ਇਹ ਕਿਸੇ ਕੋਲੇ ਚਲਾ ਜਾਂਦਾ ਉਹਦਾ ਬਣ ਕੇ ਰਹਿ ਜਾਂਦਾ। ਇਹਦੀ 'ਚ ਖਾਸੀਅਤ ਹੈ। ਵੈਸੇ ਤਾਂ ਇਹ ਡਿਪਟੀ ਮੁੱਖ ਮੰਤਰੀ ਦਾ ਸਭ ਤੋਂ ਖਾਸ ਤੇ ਲਾਡਲਾ ਹੈ, ਪਰ ਇਹਦੇ ਕੋਲੇ ਪਤਾ ਨਹੀਂ ਗਿੱਦੜ ਸਿੰਘੀ ਕੀ ਹੈ। ਜਿਹਦੇ ਕੋਲੇ ਚਲਾ ਜਾਂਦਾ ਹੈ ਉਹਦਾ ਖਾਸ ਬਣ ਜਾਂਦਾ ਹੈ। ਇਸ ਇਨਸਾਨ ਦੇ ਵਿੱਚ ਇਹ ਖਾਸੀਅਤ ਹੈ ਔਰ ਇਹਨੂੰ ਵਧਾਈ ਦੇਣੀ ਚਾਹੁੰਦਾ ਹੈ। ਇਹਨੂੰ ਵਧਾਈ ਦੇਣੀ ਚਾਹੁੰਦਾ ਔਰ ਤੁਹਾਨੂੰ ਵੀ ਵਧਾਈ ਦੇਣੀ ਚਾਹੁੰਦਾ ਕਿ ਇਹਨੇ ਤੁਹਾਡੇ ਮਗਰੋਂ ਬੀਬੀ ਹਰਚੰਦ ਕੌਰ ਲਾਭੀ ਪੱਕੇ ਤੌਰ ਤੇ ਮੈਂ ਸਮਝਦਾ ਹਾਂ ਕਿ ਇਹ ਬਹੁਤ ਚੰਗਾ ਕੰਮ ਕੀਤਾ। ਫੈਸਲਾ ਕੋਈ ਵੀ ਹੋਵੇ, ਲੇਕਿਨ ਬੀਬੀ ਜੀ ਦਾ ਜਾਣਾ ਅਸੀਂ ਬੜਾ ਸਤਿਕਾਰ ਕਰਦੇ ਸਾਂ ਬੀਬੀ ਜੀ। ਔਰ ਮੈਂ ਕੱਲ ਦਾ ਸੰਧੂ ਸਾਹਿਬ ਨੂੰ ਮੇਰੇ ਮਨ ਦੇ ਵਿੱਚ ਚਿੰਤਾ ਤੇ ਬਿਪਤਾ ਸੀ ਕਿ ਯਾਰ ਆਪਾਂ ਬੀਬੀ ਨੂੰ ਪਾਰਟੀ ਦੇ ਵਿੱਚੋਂ ਵੀ ਕੱਢਤਾ, ਕਿਉਂਕਿ ਕਈ ਲੋਕਾਂ ਦੀ ਇੱਛਾ ਸੀ ਔਰ ਲੋਕ ਦੱਸਦੇ ਸਨ ਕਿ ਬੀਬੀ ਜੀ ਮਿਲੇ ਵੇ ਹੈ, ਦੂਜਿਆਂ ਨਾਲ ਮਿਲੇ ਵੇ ਹੈ। ਮੈਂ ਵੀ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ, ਇੱਕ ਐਸੀ ਖਬਰ ਔਰ ਐਸੀ ਰਿਕਾਰਡਿੰਗ ਮੈਨੂੰ ਮਿਲੀ ਜਿਹਦੇ ਸੁਣ ਕੇ ਮੈਨੂੰ ਆਪਦੇ ਮੈਨੂੰ ਇਹ ਲੱਗਣ ਲੱਗ ਪਿਆ ਕਿ ਇਹ ਸਿਆਸੀ ਲੋਕ ਕਰਦੇ ਕੀ ਹੈ। ਜਿਸ ਪਾਰਟੀ ਨੇ 3-4 ਵਾਰ ਤੁਹਾਨੂੰ ਐਮਐਲਏ ਬਣਾਉਣ ਦਾ ਕੰਮ ਕੀਤਾ, ਟਿਕਟ ਦੇਣ ਦਾ ਕੰਮ ਕੀਤਾ, ਅਗਰ ਤੁਸੀਂ ਉਹਦੇ ਵਫਾਦਾਰ ਨਹੀਂ ਹੋ, ਤੁਸੀਂ ਵੱਜਦੇ ਵੱਜ ਛੱਡ ਕੇ ਜਾਓ, ਸਾਨੂੰ ਕੋਈ ਹਰਜ ਨਹੀਂ। ਕਿਸੇ ਵਿਅਕਤੀ ਜਿਹੜਾ ਛੱਡ ਕੇ ਚਲਾ ਜਾਵੇ ਕੋਈ ਹਰਜ ਨਹੀਂ, ਅਗਲੇ ਦੀ ਲਿਹਾਜ਼ ਨਹੀਂ ਵੀ ਛੱਡ ਕੇ ਚਲਾ ਜਾਵੇ, ਕਹਿ ਕੇ ਜਾਵੇ ਵੀ ਮੈਂ ਹੁਣ ਚੱਲਿਆ, ਮੇਰੀ ਪੁੱਗਦੀ ਨਹੀਂ। ਪਰ ਤੁਸੀਂ ਅੰਦਰ ਰਹਿ ਕੇ ਪਾਰਟੀ ਦੇ ਤੇ ਦੁਸ਼ਮਣਾਂ ਨਾਲ ਸਾਂਠ-ਗਾਂਠ ਕਰੋ ਕਿ ਕਾਂਗਰਸ ਨੂੰ ਮਾਰਨਾ ਕਿਵੇਂ ਹੈ, ਇਹ ਚੰਗੀ ਗੱਲ ਨਹੀਂ। ਇਹ ਦੋਗਲਾਪਨ ਦੀ ਨਿਸ਼ਾਨੀ ਹੈ। ਪਰ ਇਸ ਭਰਾ ਨੂੰ ਮੇਰੇ ਨੂੰ ਵਧਾਈ ਕਿ ਤੁਹਾਡੇ ਹਲਕੇ ਨੂੰ ਛੁਟਕਾਰਾ ਦਿਵਾਤਾ। ਫੈਸਲਾ ਕੱਲ ਨੂੰ ਕੀ ਹੋਣਾ ਹੈ ਰੱਬ ਨੂੰ ਪਤਾ। ਸੋ ਅੱਜ ਮੈਂ ਤੁਹਾਡੇ ਕੋਲੋਂ ਦਲਵੀਰ ਸਿੰਘ ਗੋਲਡੀ ਵਾਸਤੇ ਵੋਟ ਮੰਗਣ ਵਾਸਤੇ ਆਇਆ। ਫੈਸਲਾ ਲੋਕਾਂ ਨੇ ਕਰਨਾ ਕਿ ਦਲਵੀਰ ਗੋਲਡੀ ਨੂੰ ਵੋਟ ਪਾਉਣੀ ਹੈ ਕਿ ਕਿਸੇ ਹੋਰ ਨੂੰ ਪਾਉਣੀ ਹੈ। 4-5 ਉਮੀਦਵਾਰ ਤੁਹਾਡੇ ਸਾਹਮਣੇ ਨੇ। ਅਸੀਂ ਉਮੀਦਵਾਰ ਉਹ ਦਿੱਤਾ ਜਿਹੜਾ ਆਮ ਸਧਾਰਨ ਪਰਿਵਾਰ ਨਾਲ ਤਾਲੁਕਾਤ ਰੱਖਦਾ। ਅਸੀਂ ਉਮੀਦਵਾਰ ਉਹ ਦਿੱਤਾ ਜਿਹੜਾ ਬਾਪ ਸਰਕਾਰੀ ਨੌਕਰੀ ਕਰਦਾ ਸੀਗਾ। ਅਸੀਂ ਉਮੀਦਵਾਰ ਉਹ ਦਿੱਤਾ ਜਿਹੜਾ ਆਪਦੇ ਆਪ, ਅੱਜ ਦੇ ਲੋਕ ਕਹਿੰਦੇ ਆ ਐਸਾ ਉਮੀਦਵਾਰ ਦਿਓ ਜਿਹਨੂੰ ਲੋਕ ਪਸੰਦ ਕਰਨ, ਜਿਹੜਾ ਲੋਕਾਂ ਦੀਆਂ ਤਕਲੀਫਾਂ ਤੋਂ ਜਾਣੂ ਹੋਵੇ, ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਹੋਵੇ, ਜਿਹਨੂੰ ਲੋਕਾਂ ਦੇ ਦਰਦ ਦਾ ਪਤਾ ਹੋਵੇ। ਅਸੀਂ ਉਹ ਉਮੀਦਵਾਰ ਦਿੱਤਾ ਔਰ ਅੱਜ ਨਹੀਂ ਦਿੱਤਾ, ਅੱਜ ਤੋਂ ਠੀਕ 5 ਵਰੇ ਪਹਿਲਾਂ ਅਸੀਂ ਦਲਵੀਰ ਗੋਲਡੀ ਨੂੰ ਇੱਕ ਆਮ ਸਧਾਰਨ ਪਰਿਵਾਰ ਦੇ ਵਿਅਕਤੀ ਨੂੰ ਜਿਹੜਾ ਰਾਜਨੀਤਿਕ ਨਾਲ ਕੋਈ ਤਾਲੁਕਾਤ ਨਹੀਂ ਸੀਗਾ, ਅਸੀਂ ਟਿਕਟ ਦਿੱਤੀ ਤੇ ਕਾਂਗਰਸ ਪਾਰਟੀ ਦੀ ਕਿਰਪਾ ਦੇ ਸਦਕਾ ਦਲਵੀਰ ਗੋਲਡੀ ਧੂਰੀ ਦਾ ਐਮਐਲਏ ਬਣੇ। ਔਰ ਬੇਖੂਬੀ ਦੇ ਨਾਲ ਉਹਨੇ ਤੇ ਉਹਦੇ ਪਰਿਵਾਰ ਨੇ ਕਿਸਾਨਾਂ ਦੇ ਮੁੱਦੇ, ਟੋਲ ਪਲਾਜ਼ਿਆਂ ਦੇ ਮੁੱਦੇ ਲੜਾਈ ਲੜੀ ਤੇ ਆਪ ਦੇ ਧੂਰੀ ਦੇ ਇਲਾਕੇ ਦੀ ਤਰੱਕੀ ਦੇ ਵਿੱਚ ਆਪਦਾ ਅਹਿਮ ਯੋਗਦਾਨ ਪਾਇਆ। ਔਰ ਫਿਰ ਇਸ ਵਾਰੀ ਚੁਣਾਵ ਲੜਿਆ ਮੁੱਖ ਮੰਤਰੀ ਦੇ ਸਾਹਮਣੇ, ਬੇਸ਼ੱਕ ਹਾਰ ਗਿਆ, ਲੇਕਿਨ ਦੋਵੇਂ ਮੀਆਂ ਬੀਵੀ ਲੜਦੇ ਨਜ਼ਰ ਆਏ। ਦੋਵੇਂ ਮੀਆਂ ਬੀਵੀ ਨੇ ਡਟ ਕੇ ਮੁੱਖ ਮੰਤਰੀ ਦਾ, ਭਗਵੰਤ ਮਾਨ ਜੀ ਦਾ ਮੁਕਾਬਲਾ ਕੀਤਾ। ਔਰ ਦੂਜੇ ਪਾਸੇ ਜਿਹੜੇ ਉਮੀਦਵਾਰ ਨੇ, ਇੱਕ ਤਾਂ ਇੰਪੋਰਟ ਕੀਤਾ ਕੇਵਲ ਸਿੰਘ ਢਿੱਲੋਂ,
ਜਿਹਨੂੰ ਅਸੀਂ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ, ਉਹਨੇ ਵੋਟ ਕਰਕੇ ਲਿਆਏ, ਜਿਹੜਾ ਸਾਡੀ ਕਾਂਗਰਸ ਦੇ ਵਿੱਚੋਂ ਐਮਐਲਏ ਦਾ ਐਮਪੀ ਦਾ ਚੁਣਾਵ ਲੜਿਆ। ਔਰ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਧੰਨਵਾਦ ਕਰਨ ਆਇਆ ਹੋਵੇ। ਹਾਰ ਜਾਇਆ ਕਰਦੇ ਆ ਬੰਦੇ ਹਾਰ ਜਾਇਆ ਕਰਦੇ ਆ। ਮੈਂ ਪਿੰਡ ਜਾਂਦੇ, ਸ਼ਹਿਰ ਗਏ, ਕਸਬਿਆਂ 'ਚ ਜਾ ਰਹੇ ਹੋ, ਕਹਿੰਦੇ ਕੇਵਲ ਢਿੱਲੋਂ ਸਾਡਾ ਪੁਰਾਣਾ ਬਕਾਇਆ ਨਹੀਂ ਦੇ ਕੇ ਗਿਆ। ਕੋਈ ਠੇਲੇ ਵਾਲਾ ਤੁਰਿਆ ਫਿਰਦਾ, ਕੋਈ ਬੀਬੀ ਰਾਜੋਆਣਾ ਨੂੰ ਪਹਿਲਾ ਟਿਕਟ ਉਹਨਾਂ ਨੇ ਮਨਾ ਕਰਤਾ ਸੀ ਕਿ ਮੈਂ ਚੁਣਾਵ ਨਹੀਂ ਲੜਾਂਗੀ। ਅਕਾਲੀ ਦਲ ਨੂੰ ਕੋਈ ਉਮੀਦਵਾਰ ਨਹੀਂ ਸੀ ਆਇਆ ਤੇ ਬੀਬੀ ਰਾਜੋਆਣਾ ਦੀਆਂ ਮਿੰਨਤਾਂ ਕਰਕੇ ਉਹਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਚੰਗਾ ਹੁੰਦਾ ਜੇ ਬੀਬੀ ਹਰਸਿਮਰਤ ਕੌਰ ਚੁਣਾਵ ਲੜਦੀ, ਚੰਗਾ ਹੁੰਦਾ ਜੇ ਸੁਖਬੀਰ ਸਿੰਘ ਬਾਦਲ ਚੁਣਾਵ ਲੜਦਾ। ਉਹ ਚੰਗੇ ਵੇਲੇ ਤਾਂ ਤੁਸੀਂ ਚੁਣਾਵ ਲੜਦੇ ਹੋ ਤੇ ਮਾੜੇ ਵੇਲੇ ਬੀਬੀ ਰਾਜੋਆਣਾ ਨੂੰ ਫਸਾਤਾ ਵੀ ਜਿਹੜੀ 5,000 ਵੋਟ ਪਊਗੀ ਉਹ ਬੀਬੀ ਰਾਜੋਆਣਾ ਲੈ ਜੂਗੀ। ਸੋ ਤੀਜਾ ਜਿਹੜਾ ਉਮੀਦਵਾਰ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ, ਉਹਨਾਂ ਦਾ ਆਪ ਦਾ ਕੰਮ ਹੈ। ਉਹ ਮੈਨੂੰ ਲੱਗਦਾ ਕਿ ਕੋਈ ਐਸਾ ਚੁਣਾਵ ਨਹੀਂ ਜਿਹੜਾ ਮਾਨ ਸਾਹਿਬ ਨੇ ਛੱਡਿਆ ਹੋਵੇ, ਪਰ ਉਹਨਾਂ ਦੀ ਸੋਚ ਵੱਖਰੀ ਹੈ। ਪੰਜਾਬ ਦੇ ਲੋਕਾਂ ਨਾਲੋਂ ਵੱਖਰੀ ਸੋਚ ਰੱਖਦੇ ਨੇ। 80 ਸਾਲ ਉਹਨਾਂ ਦੀ ਉਮਰ ਨੇ, ਬਜ਼ੁਰਗ ਨੇ, ਹੌਸਲੇ ਵਾਲਾ ਹੋਣਾ ਚਾਹੀਦਾ ਹੈ। ਸਿੰਘਾਂ ਜਤਾਤੀਆਂ ਭਗਵੰਤ ਮਾਨ ਜੀ ਨੂੰ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਅੰਦਰ ਔਰ 5 ਸਾਲ ਰਹਿਣੀ ਹੈ। ਕਿ ਆਮ ਤੋਂ ਕਿਵੇਂ ਖਾਸ ਹੋ ਗਏ ਨੇ। ਅੱਜ ਤੁਸੀਂ ਦੇਖਿਆ ਹੋਣਾ, ਜਿਹੜੇ ਲੋਕ ਆਮ ਆਦਮੀ ਦੀ ਗੱਲ ਕਰਦੇ ਸੀ, ਗਨਮੈਨਾਂ ਦੀ ਗੱਲ ਕਰਦੇ ਸੀ, ਜਿਹੜੇ ਲੋਕ ਗੱਡੀਆਂ ਵੱਡੀਆਂ ਦੀ ਗੱਲ ਕਰਦੇ ਸੀ, ਜਿਹੜੇ ਲੋਕ ਵੱਡੀਆਂ ਕੋਠੀਆਂ ਦੀ ਗੱਲ ਕਰਦੇ ਸੀ, ਅੱਜ ਉਹਨਾਂ ਕੋਠੀਆਂ ਦੇ ਵਿੱਚ ਇਹ ਆਮ ਆਦਮੀ ਦੇ ਬੰਦੇ ਸੌਂਦੇ। ਅੱਜ ਉਹੀ ਬੰਦੇ 50-50 ਸਿਕਿਉਰਿਟੀ ਗਾਰਡ ਲੈ ਕੇ ਆਪਣੇ ਨਾਲ ਘੁੰਮਦੇ ਨੇ। ਮੇਰੇ ਕਹਿਣ ਤੋਂ ਭਾਵ ਕਿਸੇ ਤਰੀਕੇ ਦਾ ਕੋਈ ਬਦਲਾਅ ਪੰਜਾਬ ਦੇ ਅੰਦਰ ਨਹੀਂ ਆਇਆ। ਬਦਲਾਅ ਆਇਆ, ਇੱਕ ਬਦਲਾਅ ਆਇਆ ਕਿ ਦਿਨ ਦਿਹਾੜੇ ਸ਼ਰੇਆਮ ਹਰ ਰੋਜ਼ ਪੰਜਾਬ ਦੇ 1 ਜਾਂ 2 ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਔਰ ਸ਼ਰੇਆਮ ਲੁੱਟ ਖੋਹ ਹੋ ਜਾਂਦੀ ਹੈ। ਇਹ ਬਦਲਾਅ ਆਇਆ ਮੇਰੇ ਸਰਕਾਰੀਓ ਭਰਾਓ। ਫੋਕੀ ਸ਼ੌਹਰਤ ਖੱਟ ਕੇ ਅੱਜ ਪੰਜਾਬ ਦਾ ਮਾੜਾ ਹਾਲ ਕਰ ਦਿੱਤਾ ਗਿਆ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਅਗਰ ਨੁਮਾਇੰਦਾ ਕਾਂਗਰਸ ਪਾਰਟੀ ਦਾ ਜਿੱਤ ਜਾਏਗਾ ਤਾਂ ਸ਼ਾਇਦ ਬਦਲਾਅ ਆ ਸਕਦਾ ਹੈ। ਹੋ ਸਕਦਾ ਕਿ ਭਗਵੰਤ ਮਾਨ ਜੀ ਨੂੰ ਕੰਨ ਹੋ ਜਾਣ ਕਿ ਜਿਹੜੇ ਲੋਕਾਂ ਨੇ ਬਦਲਾਅ ਲਿਆਂਦਾ ਸੀ ਉਹਨਾਂ ਨੇ ਫੈਸਲਾ ਮੇਰੇ ਉਲਟ ਦਿੱਤਾ ਹੈ। ਸ਼ਾਇਦ ਮੇਰੇ ਕੰਮ 'ਚ ਕਿਤੇ ਨਾ ਕਿਤੇ ਕਮੀ ਹੈ। ਮੈਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ 'ਚ ਕਮੀ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਸਸਤੀ ਬਿਜਲੀ ਲੋਕਾਂ ਨੂੰ ਮਿਲੇ, ਅਗਰ ਚਾਹੁੰਦੇ ਹੋ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਤੇ ਭਾਅ ਮਿਲਣ, ਅਗਰ ਚਾਹੁੰਦੇ ਹੋ ਕਿ ਮੇਰੀਆਂ ਮਾਵਾਂ ਤੇ ਭੈਣਾਂ ਨੂੰ 1000 ਰੁਪਇਆ ਵੇਲੇ ਨਾਲ ਮਿਲ ਜੇ, ਤਾਂ ਆਓ ਰਲ ਮਿਲ ਕੇ ਇਸ ਚੁਣਾਵ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਦਾ ਕੰਮ ਕਰੀਏ। ਔਰ ਵੈਸੇ ਵੀ ਇੱਕ ਨੁਮਾਇੰਦਾ ਅਗਰ ਆਮ ਆਦਮੀ ਪਾਰਟੀ ਦਾ ਐਮਪੀ ਜਿੱਤ ਵੀ ਜਾਏਗਾ, ਉਹ ਪਾਰਲੀਮੈਂਟ ਦੇ ਵਿੱਚ ਕੁਝ ਨਹੀਂ ਕਰ ਸਕਦਾ। ਪਾਰਲੀਮੈਂਟ ਦੇ ਵਿੱਚ ਅਸੀਂ ਬੀਜੇਪੀ ਦੀ ਤੋਂ ਬਾਅਦ ਦੂਜੀ ਵੱਡੀ ਪਾਰਟੀ, ਅਗਰ ਦੂਜੀ ਵੱਡੀ ਪਾਰਟੀ ਦੇ ਵਿੱਚ ਇੱਕ ਬੰਦਾ ਹੋਰ ਜਿੱਤ ਕੇ ਜਾਏਗਾ ਤੇ ਬੜੀ ਵੱਡੀ ਗੱਲ ਹੈ। ਤਾਂ ਜੋ ਅਸੀਂ ਸਾਡੀ ਪਾਰਟੀ ਔਰ ਕਾਂਗਰਸ ਪਾਰਟੀ ਰਲ ਕੇ ਔਰ ਗੋਲਡੀ ਹਰੀ ਜਾ ਕੇ ਤੁਹਾਡੀ ਤਰਜਮਾਨੀ ਕਰਨਗੇ, ਤੁਹਾਡੀ ਲੜਾਈ ਲੜਨਗੇ। ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਗੋਲਡੀ ਨੂੰ ਤੁਸੀਂ ਜਿਤਾ ਕੇ ਭੇਜੋ ਤਾਂ ਜੋ ਕਾਂਗਰਸ ਪਾਰਟੀ ਮਜ਼ਬੂਤ ਹੋਏ। ਉੱਥੇ ਆਪਣੀ ਦੁਸ਼ਮਣ ਭਾਜਪਾ ਹੈ ਤੇ ਇੱਥੇ ਆਪਾਂ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਵਾਅਦੇ ਯਾਦ ਕਰਾਉਣ ਦੇ ਮਾਰੇ ਆਪਾਂ ਕਾਂਗਰਸ ਪਾਰਟੀ ਨੂੰ ਫਤਵਾ ਦਈਏ। ਔਰ ਅਗਰ ਇਹਨਾਂ ਨੇ ਕੁਝ ਕਰਨਾ ਹੋਇਆ ਤਾਂ 92 ਸੀਟਾਂ ਇਹਨਾਂ ਕੋਲੇ ਹੈ, ਇਹ ਕਰ ਸਕਦੇ। ਪੰਜਾਬ ਦੇ ਮੁੱਖ ਮੰਤਰੀ 5 ਸਾਲ ਭਗਵੰਤ ਮਾਨ ਨੂੰ ਕੋਈ ਨਹੀਂ ਲਾ ਰਿਹਾ, ਉਹ ਇਨਕਲਾਬ ਲਿਆ ਸਕਦਾ ਜੇ ਚਾਹੇ, ਨਾਲੇ ਤੁਹਾਨੂੰ ਪਤਾ ਲੱਗ ਜਾਏਗਾ। ਸੋ ਇਹ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਆਇਆ। ਬਾਕੀ ਜੋ ਹਾਲਾਤ ਚੱਲ ਰਹੇ ਨੇ ਤੁਸੀਂ ਭਲੀ ਭਾਂਤੀ ਜਾਣਦੇ ਹੋ। ਆ ਦਿੱਤਾ ਇੱਕ ਤੋਹਫਾ ਤੁਹਾਨੂੰ, ਰੋਜ਼ ਵੱਡੇ ਐਲਾਨ ਕਰਨ ਦਾ ਆਦੀ ਹੈ ਸਰਦਾਰ ਭਗਵੰਤ ਸਿੰਘ ਮਾਨ।
ਇਹਨੇ ਕਦੇ ਪ੍ਰੈਸ ਕਾਨਫਰੰਸ ਕਰਕੇ ਆਮਣੇ ਸਾਹਮਣੇ ਜਵਾਬ ਨਹੀਂ ਦਿੱਤੇ। ਹੁਣ ਇੱਕ ਕੈਮਰੇ ਤੇ ਆਉਂਦਾ ਤੇ ਆਪਦੀ ਗੱਲ ਕਹਿ ਕੇ ਚਲਾ ਜਾਂਦਾ। ਜਿੱਦੀ ਸਿੱਧੂ ਮੂਸੇਵਾਲੇ ਦੇ ਅੰਤਿਮ ਅਰਦਾਸ ਹੋ ਰਹੀ ਸੀ ਉਹਦੇ ਐਲਾਨ ਕੀਤਾ ਭਗਵੰਤ ਮਾਨ ਜੀ ਨੇ, ਕਹਿੰਦਾ ਬਹੁਤ ਵੱਡਾ ਐਲਾਨ ਹੈ, ਕੈਬਨਿਟ ਬਣਾਈ ਗਈ ਤੇ ਕੋਈ ਸ਼ਰਧਾ ਦੇ ਫੁੱਲ ਭੇਟ ਕਰਨੀ ਗਿਆ ਮੇਰੇ ਭਰਾ ਨੂੰ। ਇੱਥੇ ਕੈਬਨਿਟ ਇੱਕ ਦਿਨ ਬਾਅਦ ਚ ਬਣਾਈ ਜਾ ਸਕਦੀ ਸੀ। ਐਲਾਨ ਕੀਤਾ ਸ਼ਰਾਬ ਸਸਤੀ ਕਰਨਾ ਮੈਂ ਕਰੂੰਗਾ, ਹਜੇ ਹੋਈ ਨਹੀਂ, ਕਹਿੰਦਾ ਸ਼ਰਾਬ ਸਸਤੀ ਕਰੂੰਗਾ। ਮੈਨੂੰ ਨਹੀਂ ਲੱਗਦਾ, ਬੇਸ਼ੱਕ ਸ਼ਰਾਬ ਪੀਣ ਵਾਲੇ ਕਹਿਣਗੇ ਕਿ ਸਾਨੂੰ ਫਾਇਦਾ ਹੋ ਗਿਆ, ਲੇਕਿਨ ਸ਼ਰਾਬ ਸਸਤੀ ਦੇ ਨਾਲ ਘਰਾਂ 'ਚ ਲੜਾਈ ਵਧੇਗੀ। ਸ਼ਰਾਬ ਸਸਤੀ ਦੇ ਨਾਲ ਜਿਹੜਾ ਪਊਆ ਪੀਣ ਵਾਲਾ ਉਹ ਵਧੀਆ ਪੀਏਗਾ, ਉਹਦੀ ਸਿਹਤ ਖਰਾਬ ਹੋਏਗੀ। ਸ਼ਰਾਬ ਸਸਤੀ ਦੇ ਨਾਲ ਕਿਰਾਏ ਵਧੇਗਾ। ਜਿਹੜਾ ਬੰਦਾ 15 ਦਿਨ ਕੰਮ ਤੇ ਜਾਂਦਾ ਹੈ, ਜਦੋਂ ਡੇਲੀ ਉਹ ਪਊਏ ਦੀ ਥਾਂ ਤੇ ਵਧੀਆ ਪੀਏਗਾ ਸਸਤੀ ਕਰਕੇ, ਤੇ 15ਵੇਂ ਦਿਨ ਉਹਦੇ ਤੋਂ ਕੰਮ ਤੇ ਨਹੀਂ ਜਾਇਆ ਜਾਏਗਾ, ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ, ਬੇਰੋਜ਼ਗਾਰੀ ਵਧੇਗੀ। ਸੋ ਚੰਗਾ ਹੁੰਦਾ ਜੇ ਉਹਦੇ ਐਲਾਨ ਕਰਦਾ ਵੀ ਦੁੱਧ ਸਸਤਾ ਕਰਾਂਗੇ, ਚੰਗਾ ਹੁੰਦਾ ਕਿ ਦਵਾਈਆਂ ਸਸਤੀਆਂ ਕਰਾਂਗੇ, ਸਬਜ਼ੀ ਤੇ ਦਾਲਾਂ ਸਸਤੀਆਂ ਕਰਾਂਗੇ, ਲੇਕਿਨ ਇਸ ਪਾਸੇ ਕਿਸੇ ਦਾ ਸਰਕਾਰ ਦਾ ਧਿਆਨ ਨਹੀਂ। ਮੇਰੇ ਸਤਿਕਾਰਯੋਗ ਭਰਾਓ, ਹਾਲਾਤ ਐਸੇ ਹੀ ਹੈ। ਠੀਕ ਕਹਿ ਕੇ ਗਏ ਸੁਖਜਿੰਦਰ ਰੰਧਾਵਾ ਜੀ, ਗੱਲ ਕਹਿ ਦਿੱਤਾ ਕਿ ਬੱਸਾਂ ਦਾ ਵੱਡਾ ਐਲਾਨ, ਇਹ ਐਸੇ ਐਲਾਨ ਕਰਨ ਦੇ ਆਦੀ ਆ ਮਸ਼ਹੂਰੀ ਲੈਂਦੇ। ਉਹ ਜਿਹੜਾ ਐਲਾਨ ਕੀਤਾ ਬੱਸਾਂ ਦਾ, ਮੈਂ ਗਿਆ ਸੀ ਕੇਜਰੀਵਾਲ ਸਾਹਿਬ ਕੋਲ, ਜਦੋਂ ਆਪਣੀ ਸਰਕਾਰ ਸੀ, ਮੈਂ ਉਹਨਾਂ ਨੂੰ ਕਿਹਾ ਤੁਹਾਡੀ ਕਿਰਪਾ ਦੇ ਕਰਕੇ ਬੱਸਾਂ ਏਅਰਪੋਰਟ ਤੇ ਨਹੀਂ ਜਾਂਦੀਆਂ, ਕਿਰਪਾ ਕਰਕੇ ਜਾਂ ਤਾਂ ਦਿੱਲੀ ਸਰਕਾਰ ਬੱਸਾਂ ਚਲਾ ਲੇ ਜਾਂ ਸਾਨੂੰ ਇਜਾਜ਼ਤ ਦਿਓ ਬੱਸਾਂ ਚਲਾਉਣ ਦੀ, ਅਸੀਂ ਚਲਾ ਲਈਏ। ਮੇਰੀ ਵੀਡੀਓ ਵੀ ਔਰ ਨਾਲ ਗੱਲ ਕਰਦੇ ਸੀ, ਲੇਕਿਨ ਕੱਲ ਐਲਾਨ ਕਰ ਦਿੱਤਾ ਗਿਆ ਕਿ ਹੁਣ ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸਾਂ ਜਾਇਆ ਕਰਨੀਆਂ। ਲੋਕਾਂ ਨੂੰ ਸਵਾਲ ਕਰਨਾ ਚਾਹੀਦਾ ਕਿ 5 ਸਾਲ ਕੇਜਰੀਵਾਲ ਸਾਹਿਬ ਨੇ ਉਹ ਬੱਸਾਂ ਚੱਲਣ ਨਹੀਂ ਦਿੱਤੀਆਂ, ਕਿਹੜੇ ਨਿੱਜੀ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਸਨ, ਉਹ ਦੱਸੋ। ਉਹ ਜਵਾਬ ਮੰਗਣਾ ਚਾਹੀਦਾ, ਨਾ ਕਿ ਇਸ ਗੱਲ ਦੀ ਵਾਹਵਾ ਖੱਟਣੀ ਚਾਹੀਦੀ ਹੈ। ਇਹ ਆਦੀ ਹੋ ਗਏ ਵਾਹਵਾ ਖੱਟਣ ਦੇ। ਅੱਜ ਸਿੱਧੂ ਮੂਸੇਵਾਲਾ ਸਾਡੇ ਚ ਜਿਉਂਦਾ ਹੁੰਦਾ ਜੇ ਭਗਵੰਤ ਮਾਨ ਆਪਦੇ ਸੋਸ਼ਲ ਮੀਡੀਆ ਤੇ ਆਪਦੇ ਟੈਲੀਫੋਨ ਤੇ ਇਹ ਫੋਟੋ ਨਾ ਪਾਉਂਦਾ ਔਰ ਕਹਿ ਕੇ ਲਿਖ ਕੇ ਨਾ ਪਾਉਂਦਾ ਕਿ ਮੈਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ, ਕਿਉਂਕਿ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਤੇ ਉਹਨਾਂ ਨੇ ਸਿੱਧੂ ਦਾ ਕਤਲ ਕਰਤਾ। ਇਹ ਆ ਜਿਹੜਾ ਟੈਲੀਫੋਨ ਤੇ ਕੰਮ ਚੱਲਦਾ ਹੈ ਨਾ, ਇਹਦੇ ਪ੍ਰਚਾਰ ਕਰਨ ਦੇ ਵਿੱਚ ਮਾਹਿਰ ਲੋਕ ਨੇ। ਆਓ, ਅਗਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਮੇਰੇ ਸਤਿਕਾਰਯੋਗ ਭਰਾਓ, ਸ਼ੇਰਪੁਰ ਆਲਿਓ, ਜਿਹੜੀ ਸਾਡੀ ਸੋਚ ਹੈ, ਹੁਣ ਨਵੀਂ ਕਾਂਗਰਸ ਅਸੀਂ ਤਿਆਰ ਕਰਨੀ ਹੈ। ਨਵੀਂ ਕਾਂਗਰਸ ਤੋਂ ਭਾਵ ਇਹ ਨਹੀਂ ਕਿ ਨਵੇਂ ਮੁੰਡੇ ਹੋਣਗੇ ਤੇ ਪੁਰਾਣਿਆਂ ਨੂੰ ਕੱਢਦੇ ਨੇ। ਨਵੀਂ ਤੋਂ ਭਾਵ ਇਹ ਹੈ ਕਿ ਉਹ ਲੋਕ ਜਿਹੜੇ ਮਿਹਨਤਕਸ਼ ਲੋਕ ਨੇ, ਜਿਹੜੇ ਥੱਲੇ ਕੰਮ ਕਰਦੇ ਨੇ, ਜਿਹੜੇ ਲੋਕਾਂ ਦੇ ਵਿੱਚ ਰਹਿੰਦੇ ਨੇ, ਜਿਹੜੇ ਲੋਕਾਂ ਦੀਆਂ ਤਕਲੀਫਾਂ ਨੂੰ ਜਾਣਦੇ ਨੇ। ਇਸ ਵਾਰੀ ਕੋਈ ਉਮੀਦਵਾਰ ਅਸੀਂ ਬਾਹਰੋਂ ਨਹੀਂ ਭੇਜਣਾ। ਇਸ ਵਾਰੀ ਕੋਈ ਉਮੀਦਵਾਰ ਤੁਹਾਡੇ ਤੋਂ ਬਿਨਾਂ ਪੁੱਛੇ ਨਹੀਂ ਭੇਜਣਾ। ਤੁਹਾਡੇ ਨਾਲ ਬੈਠਾਂਗੇ, ਵਿਚਾਰ ਵਟਾਂਦਰਾ ਕਰਾਂਗੇ। ਇਹਨਾਂ ਇਲੈਕਸ਼ਨਾਂ ਤੋਂ ਬਾਅਦ ਤੁਹਾਡੇ ਨਾਲ ਮੀਟਿੰਗ ਫੇਰ ਸੱਦਾਂਗੇ, ਪੂਰੇ ਦਿਨ ਦੀ ਮੀਟਿੰਗ ਕਰਾਂਗੇ ਤੇ ਫੇਰ ਫੈਸਲਾ ਲਵਾਂਗੇ ਕਿ ਤੁਹਾਡਾ ਹਲਕੇ ਦਾ ਕਿਹੜਾ ਬੰਦੇ ਨੂੰ ਲਾਈਏ ਜਿਹੜਾ ਤੁਹਾਡੀ ਨੁਮਾਇੰਦਗੀ ਕਰੇ, ਤਾਂ ਜੋ ਉਹ ਤੁਹਾਡੀ 4 ਸਾਲ ਸੇਵਾ ਕਰੇ ਤੇ 4 ਸਾਲਾਂ ਬਾਅਦ ਉਹਨੂੰ ਟਿਕਟ ਕਾਂਗਰਸ ਪਾਰਟੀ ਦੇ ਕੇ ਭੇਜੇ, ਤਾਂ ਜੋ ਉਹਨੂੰ ਕਦਰ ਹੋਵੇ ਤੁਹਾਡੇ ਲੋਕਾਂ ਦੀ, ਤੁਹਾਡੀ ਕੀਮਤ ਹੋਵੇ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਮੇਰੀ ਹਾਮੀ ਭਰੀ ਹੈ ਤੇ ਮੈਂ ਇਹਨਾਂ ਦੀ ਸੇਵਾ ਕਰਨੀ ਹੈ, ਨਾ ਕਿ ਜਿਹਨੂੰ ਮੈਂ ਚੰਗਾ ਸਮਝਦਾ ਜਾਂ ਜਿਹੜਾ ਮੇਰਾ ਅੱਗੇ ਪਿੱਛੇ ਘੁੰਮਦਾ ਉਹਨੂੰ ਅਸੀਂ ਤੁਹਾਨੂੰ ਇੱਥੇ ਉਮੀਦਵਾਰ ਐਲਾਨ ਕੇ ਭੇਜੀਏ। ਸੋ ਸਤਿਕਾਰਯੋਗ ਭਰਾਓ, ਤੁਸੀਂ ਲੋਕਾਂ ਨੇ ਹੁਣ ਇਸ ਗੱਲ ਤੇ ਪਹਿਰਾ ਦੇਣਾ ਹੈ। ਕੇਵਲ 8-9 ਦਿਨ ਬਾਕੀ ਹੈ। ਹੋ ਸਕਦਾ ਹੈ ਗੋਲਡੀ ਤੋਂ ਤੁਹਾਡੇ ਕੋਲੇ ਨਾ ਪਹੁੰਚਿਆ ਜਾਵੇ, ਲੇਕਿਨ ਹਾਂ, ਜੀਰਾ ਸਾਹਿਬ ਨੂੰ ਮੈਂ ਕਹੂੰਗਾ ਕਿ ਕੋਈ ਐਸੀ ਨਿਯੋਤ ਬਣਾਉਣ ਕਿ ਗੋਲਡੀ ਜਾਂ ਗੋਲਡੀ ਦੀ ਧਰਮ ਪਤਨੀ ਜਾਂ ਮੈਂ ਇੱਕ ਗੇੜਾ ਪਿੰਡਾਂ ਦੇ ਵਿੱਚ 15 ਪਿੰਡ ਕੱਢ ਕੇ ਸ਼ਹਿਰ ਦੇ 2 3 ਪ੍ਰੋਗਰਾਮ ਕਰਕੇ ਤੁਹਾਡੇ ਕੋਲੇ ਹਾਜ਼ਰੀ ਲਵਾਈਏ। ਅਗਰ ਨਹੀਂ ਤਾਂ ਤੁਸੀਂ ਲੋਕਾਂ ਨੇ ਜੀਰਾ ਸਾਹਿਬ ਹਰੀ ਤੇ तमाम ਉਹਨਾਂ ਦੇ ਜਿਹੜੇ ਸਾਥੀ ਇੱਥੇ ਇੰਚਾਰਜ ਨੇ, ਤੁਸੀਂ ਲੋਕਾਂ ਨੇ ਮੈਦਾਨੇ ਜੰਗ ਦੇ ਵਿੱਚ ਤੁਸੀਂ ਲੋਕਾਂ ਨੇ ਪ੍ਰਚਾਰ ਕਰਨਾ। ਤੁਸੀਂ
आप ही आप जीरा साहब होंगे, कोई होर लीडर आ जाएगा, ਤਾਂ ਜੋ ਗਿੱਲ ਸਾਹਿਬ ਨੇ, ਹਰਮਿੰਦਰ ਸਿੰਘ ਜੀ ਗਿੱਲ ਸਾਡੇ ਵੱਡੇ ਭਰਾ, ਪੱਟੀ ਤੋਂ ਸਾਬਕਾ ਐਮਐਲਏ, ਇਹ ਲੋਕ ਕਮਾਂਡ ਸੰਭਾਲਣਗੇ ਤੇ ਤੁਸੀਂ ਸਾਰਿਆਂ ਨੇ ਇਹਨਾਂ ਸਾਰਿਆਂ ਦਾ ਸਾਥ ਦੇ ਕੇ ਕੋਲਡੀ ਬਣ ਕੇ, ਉਮੀਦਵਾਰ ਬਣ ਕੇ ਆਪ ਦਾ ਕੰਮ ਚਲਾਉਣਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਅਸੀਂ ਤੁਹਾਡੇ ਨਾਲ ਨਿਰੰਤਰ ਖੜੇ ਉਤਰਾਂਗੇ। ਇਹ ਬਿਲਕੁਲ ਮਨ ਚ ਨਾ ਰੱਖਿਓ ਗੱਲ, ਸਾਨੂੰ ਬਾਅਦ ਚ ਕੌਣ ਪੁੱਛੇਗਾ। ਬਾਅਦ ਚ ਵੀ ਗਿੱਲ ਸਾਹਿਬ ਤੇ ਜੀਰਾ ਸਾਹਿਬ ਜਿੰਨਾ ਚਿਰ ਤੁਹਾਡੇ ਹਲਕੇ ਦਾ ਕੋਈ ਇੰਚਾਰਜ ਅਸੀਂ ਨਹੀਂ ਲਾ ਦਿੰਦੇ ਤੁਹਾਨੂੰ ਪੁੱਛ ਕੇ, ਉਹਨਾਂ ਚਿਰ ਇਹ ਦੋਨੋਂ ਜਾਣੇ ਅਗਲੇ 2-4 ਮਹੀਨੇ ਤੁਹਾਡੇ ਹਲਕੇ ਦੀ ਜ਼ਿੰਮੇਵਾਰੀ ਸੰਭਾਲਣਗੇ, ਤੁਹਾਡੇ ਦੁੱਖ ਦੇ ਵਿੱਚ ਖੜੇ ਹੋਇਆ ਕਰਨਗੇ। ਔਰ ਜਿੱਥੇ ਕਿਸੇ ਨੂੰ ਸਾਡੀ ਲੋੜ ਪਏਗੀ, ਹਮੇਸ਼ਾ ਜਿੱਥੋਂ ਵੀ ਲੋੜ ਪਏਗੀ, ਜਿੰਨੇ ਵਜੇ ਵੀ ਲੋੜ ਪਏਗੀ, ਅਸੀਂ ਲੋਕ ਤੁਹਾਡੇ ਵਿੱਚ ਹਾਜ਼ਰ ਰਿਹਾ ਕਰਾਂਗੇ। ਮੇਰੀ ਬੇਨਤੀ ਹੈ ਸਾਰੇ ਜਾਣਿਆਂ ਨੂੰ, ਮੈਨੂੰ ਪਤਾ ਹੈ ਸਰਕਾਰ ਦੇ ਵਿੱਚ ਸਾਡੇ ਤੋਂ ਗਲਤੀਆਂ ਹੋਈਆਂ, ਸਰਕਾਰ ਦੇ ਵਿੱਚ ਸਾਡੇ ਤੋਂ ਵਰਕਰਾਂ ਦੀ ਅਣਦੇਖੀ ਹੋਈ ਹੈ, ਸਰਕਾਰ ਦੇ ਵਿੱਚ ਅਸੀਂ ਤੁਹਾਡਾ ਲੋਕਾਂ ਦਾ ਮੁੱਲ ਨਹੀਂ ਮੋੜ ਸਕੇ। ਸਾਨੂੰ ਪਤਾ ਹੈ ਕਿ ਸਰਕਾਰ ਦੇ ਵਿੱਚ ਤੁਹਾਡੀ ਕੋਈ ਪੁੱਛਗਿੱਛ ਨਹੀਂ ਹੋਈ, ਲੇਕਿਨ ਤੁਹਾਡੇ ਨਾਲ ਅੱਜ ਮੈਂ ਵਾਅਦਾ ਕਰਦਾ, ਹੱਥ ਜੋੜ ਕੇ ਬੇਨਤੀ ਕਰਦੇ, ਆ ਜਿਹੜੀ ਮੁਸ਼ਕਿਲ ਘੜੀ ਹੈ ਇਹਦੇ ਵਿੱਚੋਂ ਸਾਨੂੰ ਕੱਢ ਕੇ ਲੈ ਕੇ ਜਾਓ। ਅਸੀਂ ਤੁਹਾਡੇ ਨਾਲ ਵਾਅਦਾ ਲੀਡਰਸ਼ਿਪ ਕਰਦੀ ਹੈ, ਪਰਨ ਕਰਦੇ ਹਾਂ ਕਿ ਅਸੀਂ ਤੁਹਾਡੇ ਸਾਰਿਆਂ ਨਾਲ ਮੋਢਾ ਲਾ ਕੇ ਇਹ ਡਟ ਕੇ ਮਹਿਲ ਕਲਾਂ ਨੂੰ ਇਹ ਸਮਝਾਂਗੇ ਕਿ ਜਿਵੇਂ ਗਿੱਦੜਵੇ ਦੇ ਲੋਕ ਹੈ, ਮਹਿਲ ਕਲਾਂ ਨੂੰ ਇਹ ਸਮਝਾਂਗੇ ਕਿ ਇਹ ਜੀਰੇ ਦੇ ਲੋਕ ਹੈ, ਇਹ ਪੱਟੀ ਦੇ ਲੋਕ ਹੈ। ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦੇ ਔਰ ਉਮੀਦ ਕਰਦਾ ਕਿ ਜੀਰਾ ਸਾਹਿਬ ਸਮਾਂ ਸੀ ਪੁੱਛਣ ਦਾ, ਉਦੋਂ ਇਹਨਾਂ ਨੂੰ ਪੁੱਛਿਆ ਨਹੀਂ। ਇਹਨਾਂ ਨੂੰ ਵੀ ਲੋਕ ਆਉਂਦੇ ਆ, ਝੂਠ ਬੋਲਦੇ ਆ, ਲੀਡਰ ਆਉਂਦੇ ਆ, ਵਾਅਦੇ ਕਰਦੇ ਆ, ਫਿਰ ਚਲੇ ਜਾਂਦੇ, ਫਿਰ ਬਾਅਦ ਕੋਈ ਨਹੀਂ ਪੁੱਛਦਾ। ਮੌਕੇ ਤੇ ਆ ਕੇ ਇਹਨਾਂ ਲੋਕਾਂ ਨੂੰ ਪੁੱਛਿਆ ਜਾਂਦਾ। ਇਸੇ ਕਰਕੇ ਅੱਜ ਅਸੀਂ 80 ਤੋਂ 18 ਦੀ ਗਿਣਤੀ ਤੇ ਆ ਗਏ। ਔਰ ਜੇ ਅਸੀਂ ਦੁਬਾਰਾ ਫੇਰ ਇਹਨਾਂ ਲੋਕਾਂ ਦੀ ਪੁੱਛ ਪ੍ਰਤੀਤ ਕਰਾਂਗੇ ਤੇ ਦੁਬਾਰਾ ਫੇਰ ਅਸੀਂ 18 ਤੋਂ 80 ਤੇ ਜਾ ਸਕਦੇ। ਔਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਤਕੜੇ ਹੋ ਕੇ ਸਾਡੇ ਉਮੀਦਵਾਰ ਦਾ ਸਾਥ ਦਿਓਗੇ ਔਰ 23 ਤਰੀਕ ਨੂੰ ਇੱਕ ਵੋਟ ਪੰਜੇ ਦਾ ਬਟਨ ਦਬਾ ਕੇ ਤੁਸੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਗੋਲਡੀ ਜੀ ਨੂੰ ਕਾਮਯਾਬ ਕਰੋਗੇ। ਭਰਾਵੋ, ਜੇ ਕੋਈ ਵੱਧ ਘੱਟ ਕਹਿ ਗਿਆ ਹੋਊਗਾ ਤਾਂ ਖਿਮਾ ਦਾ ਜਾਚਕਾ, ਫੇਰ ਆਵਾਂਗੇ ਤੁਹਾਡੇ ਦਰਮਿਆਨ। ਅੱਜ ਅਸੀਂ ਕੱਲ ਤੋਂ ਇੱਥੇ ਦੌਰਾ ਸ਼ੁਰੂ ਕੀਤਾ ਔਰ ਕਈ ਹੋਰ ਦਫ਼ਤਰਾਂ ਦਾ ਉਦਘਾਟਨ ਕਰਨਾ। ਅੱਜ ਸ਼ਾਮ ਨੂੰ 7 ਵਜੇ ਭਦੌੜ ਜਾਣਾ। ਸੋ ਇੱਕ ਤੂਫਾਨੀ ਗੇੜਾ ਤੇ ਇੱਕ ਪਹਿਲਾ ਦਫ਼ਤਰ ਖੋਲ ਕੇ ਮੈਂ ਕਿਹਾ ਬਹਿਣ ਨੂੰ ਅਸੀਂ ਥਾਂ ਬਣਾਈਏ ਤੇ ਲੋਕਾਂ ਨਾਲ ਉੱਥੇ ਬੈਠ ਕੇ ਗੱਲਬਾਤ ਸ਼ੁਰੂ ਕਰੀਏ। ਇਸ ਕਰਕੇ ਅੱਜ ਇਸ ਛੋਟੇ ਜਿਹੇ ਪ੍ਰੋਗਰਾਮ, ਛੋਟੀ ਜੀ ਸਾਡੀ ਜਿਹੜੀ ਹਾਜ਼ਰੀ ਹੈ ਉਹਨੂੰ ਕਬੂਲ ਕਰੇ।